ब्रेक तो बाद एक बार फिर तो तुहाडा स्वागत है। असीं अज चर्चा कर रहे हैं आदेश जो दिते गए किसान जथेबंदियां दे वल्लों ते वक्खो वक्खरे सुर हुण नज़र आ रहे हैं जथेबंदियां दे अंदर ही। इस दे उत्ते चर्चा कर रहे हैं। एक बार फिर तो शुरुआत करते हैं। इस सेगमेंट की शुरुआत मैं सियासी पार्टियां तो करांगा ताकि उस तो बाद असीं जिहड़े किसान आगू साडे नाल ने उन्हां तो उन्हां दा पक्ष जरूर जान सकीए। मानशाही जी शुरुआत तुहाडे तो मेरा सवाल विच आ गया सी, मन्नोगे किस दी हुण उगराहां दी या दूजे पासे 32 जथेबंदियां दी, SKM दी या फिर जोगिंदर सिंह उगराहां दी या उन्हां दी जथेबंदी दी? देखो गौरव जी, पहली गल तो यह है भी कांग्रेस पार्टी वालों इस तरह दी कोई रैलियां रूलियां करने का प्रोग्राम नहीं है। असीं किसानां दे सेंटीमेंट्स नूं चंगी तरह अंडरस्टैंड करदे हां। ਉਹ ਅੰਡਰਸਟੈਂਡਿੰਗ ਨਾਲ ਹੀ ਅਸੀਂ ਪੰਜਾਬ ਦੇ ਵਿੱਚ, ਕਿਉਂਕਿ ਰੂਲਿੰਗ ਪਾਰਟੀ ਹੈ, ਸਾਨੂੰ ਉਹਨਾਂ ਕੁ ਪਿੰਡਾਂ 'ਚ ਆਉਣਾ ਜਾਣਾ ਪੈਂਦਾ ਹੈ ਜਿੰਨੇ ਕੁ ਬਿਨਾਂ ਨਹੀਂ ਸਰਦਾ। ਅਸੀਂ ਉਸ ਤਰ੍ਹਾਂ ਦੀ ਐਕਟੀਵਿਟੀ ਨਹੀਂ ਕਰ ਰਹੇ ਜਿਹਦੇ ਨਾਲ ਸਾਡੇ ਉੱਥੇ ਦੇ ਅੰਦੋਲਨ ਤੇ ਕੋਈ ਵੀ ਇਫੈਕਟ ਪਵੇ। ਨਾ ਹੀ ਅਸੀਂ ਕੋਈ ਇਸ ਤਰ੍ਹਾਂ ਦਾ ਹੈਗਾ ਵੀ ਲੋਕਾਂ ਦਾ ਇਕੱਠ ਕਰਕੇ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ। ਸਰ ਕਿੰਨੀ ਦੇਰ ਨਹੀਂ ਕਰੋਗੇ ਉਸ ਐਂਗਲ ਤੋਂ ਸਮਝਣਾ ਚਾਹੀਦਾ ਹੈ। ਨਹੀਂ ਦੇਖੋ, ਜਥੇਬੰਦੀਆਂ ਨੇ ਕਿਹਾ ਸੀ ਕਿ ਜਦੋਂ ਚੋਣ ਜ਼ਾਬਤਾ ਇਲੈਕਸ਼ਨ ਅਨਾਉਂਸ ਹੋ ਗਏ ਉਸ ਤੋਂ ਬਾਅਦ ਕਰਿਓ। ਇਲੈਕਸ਼ਨ ਅਨਾਉਂਸ ਤਾਂ 5-7 ਜਨਵਰੀ ਦੇ ਆਸ-ਪਾਸ ਹੋਣਗੇ ਜੋ ਆਪਣਾ ਅੰਦਾਜ਼ਾ ਹੈ, ਤੁਸੀਂ ਵੀ ਜਾਣਦੇ ਹੋ ਕਿ ਜਨਵਰੀ ਦੇ ਪਹਿਲੇ ਹਫਤੇ ਤੋਂ ਪਹਿਲਾਂ ਤਾਂ ਨਹੀਂ ਹੋਣਗੇ। ਪਿਛਲੇ ਵਾਰੀ 3 ਜਨਵਰੀ ਨੂੰ ਵੈਸੇ ਨਹੀਂ, ਫਿਰ ਤੁਸੀਂ ਜਨਵਰੀ ਤੱਕ ਵੇਟ ਕਰ ਲਓਗੇ ਇਲੈਕਸ਼ਨ? ਤਾਂ ਮੈਂ ਦੇਖੋ, ਡੈਮੋਕ੍ਰੇਸੀ ਦੇ ਵਿੱਚ ਅੰਟਿਲ ਐਂਡ ਅਨਲੈਸ ਸਾਡੀ ਇਸ ਅੰਦੋਲਨ ਨੂੰ ਕੋਈ ਵੀ ਕਿਸੇ ਤਰ੍ਹਾਂ ਦਾ ਹਾਰਮ ਨਹੀਂ ਹੁੰਦਾ, ਉਸ ਤਰ੍ਹਾਂ ਦੀ ਐਕਟੀਵਿਟੀ ਕਰਨ ਨਾਲ ਕੋਈ ਫਰਜ਼ ਨਹੀਂ। ਕਿਸਾਨ ਜਥੇਬੰਦੀਆਂ ਨੂੰ ਇਸ ਪੱਖੋਂ ਸਮਝ ਲੈਣਾ ਚਾਹੀਦਾ ਹੈ। ਜੋ ਮੀਟਿੰਗ ਕਰਦੀ ਹੈ ਜਿਹੜੀਆਂ ਆਪਣੀਆਂ ਪੋਲੀਟੀਕਲ ਪਾਰਟੀਆਂ ਨੇ, ਉਹ ਵੀ ਤਾਂ ਉਹਨਾਂ ਦੇ ਵਿੱਚੋਂ ਹੀ ਨੇ। ਅਸੀਂ ਕਿਹੜਾ ਕਿਸਾਨ ਨਹੀਂ ਹਾਂ? ਨਹੀਂ ਸਰ, ਫਿਰ ਸਪਸ਼ਟ ਸ਼ਬਦਾਂ 'ਚ ਕਹੋ ਨਾ ਸਰ। ਨਹੀਂ ਤੁਸੀਂ ਨਹੀਂ ਦੇਖੋ ਗੱਲ ਅਸੀਂ ਸਪਸ਼ਟ ਸ਼ਬਦਾਂ 'ਚ ਕਹਿਣੇ ਆ। ਸਪਸ਼ਟ ਸ਼ਬਦਾਂ 'ਚ ਕਹੋਗੇ ਤੁਸੀਂ ਆਪਣਾ ਵਿਚਾਰ ਕਰੋ ਦੁਬਾਰਾ। ਜਿਹੜੀਆਂ ਪੋਲੀਟੀਕਲ ਪਾਰਟੀਆਂ ਐਕਟੀਵਿਟੀ ਨੇ ਉਹਨਾਂ ਦੀ ਐਕਟੀਵਿਟੀ ਤੇ ਰੋਕ ਨਹੀਂ ਲਾਉਣੀ ਚਾਹੀਦੀ, ਪਰ ਇਸ ਇੱਥੋਂ ਤੱਕ ਕਿ ਪੋਲੀਟੀਕਲ ਪਾਰਟੀਆਂ ਨੂੰ ਜਿਸ ਦਿਨ ਕੋਈ ਕਿਸਾਨਾਂ ਦੀ ਕਾਲ ਦਿੱਤੀ ਹੋਈ ਹੈ, ਜਿਸ ਦਿਨ ਉਹਨਾਂ ਨੇ ਉੱਥੇ ਇਕੱਠ ਕਰਨਾ, ਇਹ ਤੁਸੀਂ ਵਿਚਾਲੇ ਦਾ ਰਾਹ ਦੱਸ ਰਹੇ ਹੋ। ਅਕਾਲੀ ਦਲ ਵੀ ਜ਼ਿਕਰ ਕਰ ਰਹੇ ਸੀ। ठीक है सर, मेरे को समा बहुत पूरा मैं थोड़ा जिहा तुहानूं माफी चाहुंदा, विचाले रोक रहा रखना चाहिए जी। दीपा जी, छोटी स्टेटमेंट सर तुहाडी, हुण तुसीं की स्टैंड रखोगे? तुसीं पोस्टपोन तां कर दित्ते, मैं उही सवाल पुछ रहा कि हुण दिसंबर तक पोस्टपोन कर दित्ते, जनवरी च दोबारा शुरू करोगे? नहीं इस तरह नहीं है, बिल्कुल इस तरह नहीं होगा। प्रचार तो होगा, ਜਿਹੜੇ ਬੰਦਿਆਂ ਕੋਲ ਕੁਝ ਕਹਿਣ ਨੂੰ ਹੈ ਨਾ, ਪ੍ਰਚਾਰ ਤਾਂ ਉਹ ਹੀ ਕਰ ਸਕਦੇ ਆ। ਇਹ ਮਾਨਸ਼ਾਹੀਆ ਜੀ ਕਹਿ ਰਹੇ ਜੀ ਅਸੀਂ ਰੈਲੀਆਂ ਨਹੀਂ ਕਰਨ ਜਾ ਰਹੇ ਸੀ। ਮੈਂ ਤਾਂ ਕਹਿੰਦਾ ਇਹਨਾਂ ਨੂੰ ਤਾਂ ਸਭ ਤੋਂ ਪਹਿਲਾਂ ਇਜਾਜ਼ਤ ਦਿਓ। ਕੈਪਟਨ ਅਮਰਿੰਦਰ ਸਿੰਘ ਨੂੰ ਕਹੋ, ਸਾਡੀ ਵੀ ਸਿਫਾਰਿਸ਼ ਹੈ ਕਿਸਾਨ ਯੂਨੀਅਨਾਂ ਨੂੰ ਵੀ ਇਹਨਾਂ ਨੂੰ ਦਿਓ। ਜਿਹੜਾ ਬੰਦਾ ਪੌਣੇ 5 ਸਾਲ ਨਿਕਲਿਆ ਨਹੀਂ ਲੋਕਾਂ ਦੇ ਵਿੱਚ, ਉਹਨੂੰ ਤਾਂ ਮੌਕਾ ਮਿਲ ਗਿਆ ਅਗਲੇ 4 ਮਹੀਨੇ ਵੀ ਨਾ ਨਿਕਲਣ ਦਾ। ਨਿਕਲਣ, ਕਹਿਣ ਕਿ ਹਾਂ ਮੈਂ ਗੁਟਕਾ ਸਾਹਿਬ ਚੱਕ ਕੇ ਆ ਕੀਤਾ ਸੀਗਾ, ਆ ਵਾਅਦੇ ਕੀਤੇ ਸੀ, ਆ ਸਹੁੰ ਚੱਕੀ ਸੀ, ਆ ਮੈਂ ਪੂਰਾ ਕਰਕੇ ਆਇਆ। ਫਿਰ ਲੋਕ ਸੱਥਾਂ ਦੇ ਵਿੱਚ ਪੁੱਛਣ ਕੈਪਟਨ ਅਮਰਿੰਦਰ ਸਿੰਘ ਕੀ ਤੁਸੀਂ ਝੂਠ ਬੋਲਿਆ, ਗੁਟਕਾ ਸਾਹਿਬ ਨੂੰ ਚੱਕ ਕੇ ਕਿਵੇਂ ਸਾਡੀਆਂ ਭਾਵਨਾਵਾਂ ਨਾਲ ਤੁਸੀਂ ਖੇਡੇ ਹੋ? ਇਹਨਾਂ ਨੂੰ ਪੁੱਛਣਗੇ ਲੋਕ। ਕਿਸਾਨਾਂ ਨੇ ਤਾਂ ਪੁੱਛਣਾ ਹੀ ਪੁੱਛਣਾ ਕਿ ਕਦੋਂ ਤੱਕ ਬ੍ਰੇਕ? ਸਤੰਬਰ ਬ੍ਰੇਕ ਹੈ। ਮੈਂ ਕਹਿੰਦਾ ਅਕਤੂਬਰ ਦੇ ਵਿੱਚ, ਨਵੰਬਰ ਦੇ ਵਿੱਚ ਅਕਾਲੀ ਦਲ ਮੁੜ ਤੋਂ ਐਕਸ਼ਨ 'ਚ ਨਜ਼ਰ ਆਏਗਾ। ਮੇਰਾ ਬਿਲਕੁਲ ਇਹ ਚਾਹੀਦਾ, ਬਿਲਕੁਲ ਪ੍ਰਚਾਰ ਹੋਣਾ ਚਾਹੀਦਾ। अब कन्फ्रंटेशन नहीं होनी चाहिए, विरोध नहीं होना चाहिए, सवाल जरूर होने चाहिए। पॉलिटिशियंस नूं सवाल होने चाहिए कि तुसी पिछोकड़ च कीता, की तुसी वादे कीते, की नहीं कीता। सवाल होने चाहिए। जिस दिन सवाल होने लगे पॉलिटिशियन च, समझो साडी डेमोक्रेसी बड़ी ही मैच्योर हो गई। और पॉलिटिशियन वादे सोच के करया करनगे कि सवाल होने लग पे हुण सानू सत्थ च खड़ा के पुछदे आ लोग, असीं ओह गल करिए जिहड़ी असीं कर सकदे हां। इह है असली डेमोक्रेसी। बूटा जी साडे नाल, बूटा जी देखो स्पष्ट कह रहे हैं सियासी पार्टियां दे नुमाइंदे कि इस तरीके नाल लोकतंत्र दे विच नहीं होना चाहिए कि तुसीं चोण प्रचार तो ही रोक दो। हुण ओह सिद्धे स्पष्ट शब्दां च तां नहीं कह रहे, मैं कह दिंदा कि ਉਹ ਇੱਕ ਤਰੀਕੇ ਨਾਲ ਕਹਿਣ ਦੀ ਕੋਸ਼ਿਸ਼ ਹੈ ਕਿ ਥੋਪਿਆ ਜਾ ਰਿਹਾ ਹੈ ਫੈਸਲਾ। ਤੁਹਾਨੂੰ ਨਹੀਂ ਲੱਗਦਾ ਕਿ ਦੁਬਾਰਾ ਸੋਚੀਏ, ਵਿਚਾਰ ਕਰੀਏ ਇਸ ਦੇ ਉੱਤੇ? ਗੌਰਵ ਜੀ, ਜੇ ਵੇਖੋ, ਜੇ ਪਬਲਿਕ ਦੀ ਆਵਾਜ਼ ਆਈ ਇਹ ਤੇ ਦੁਬਾਰੇ ਗੌਰ ਕਰਨੀ ਚਾਹੀਦੀ ਹੈ। ਜੇ ਰਾਜਸੀ ਪਾਰਟੀਆਂ ਕਹਿੰਦੀਆਂ ਨੇ ਗੌਰ ਕਰਨੀ ਚਾਹੀਦੀ ਹੈ, ਕੋਈ ਡਰ ਨਹੀਂ। ਮੈਂ ਤੁਹਾਡੇ ਨਾਲ ਸਹਿਮਤ ਹਾਂ, ਗੌਰ ਕਰ ਲੈਣੀ ਚਾਹੀਦੀ ਹੈ। ਇਹ ਅਸੀਂ ਇਹਨਾਂ ਤੇ ਥੋਪਿਆ ਨਹੀਂ ਕੋਈ ਫੈਸਲਾ। ਮੈਂ ਦੁਬਾਰਾ ਫੇਰ ਉਹੀ ਗੱਲ ਰਿਪੀਟ ਕਰਨ ਲੱਗਿਆ, ਅਸੀਂ ਭਰਾਵਾਂ ਨੂੰ ਜੰਗ ਤੋਂ ਬਚਾਉਣ ਦੀ ਕੋਸ਼ਿਸ਼ ਕੀਤੀ ਹੈ। ਹਾਲਾਤ ਖਰਾਬ ਹੋ ਰਹੇ ਸਨ ਬਿਲਕੁਲ। ਹੁਣ ਪਿੰਡਾਂ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਅੱਜ ਦੇ ਦਿਨ, ਉਹ ਸਾਰੇ ਇਕੱਠੇ ਹੋ ਕੇ, ਚਾਹੇ ਕੋਈ ਕਾਂਗਰਸ ਨਾਲੇ, ਚਾਹੇ ਆਪ ਨਾਲੇ, ਚਾਹੇ ਅਕਾਲੀ ਦਲ ਨਾਲੇ, ਚਾਹੇ ਬਹੁਜਨ ਨਾਲੇ, ਜਿਹੜੀਆਂ ਪਾਰਟੀਆਂ ਨਾਲ ਵੀ ਰਹਿ ਖੜਾ, ਉਹ ਸਾਰੇ ਇੱਕ ਟਰਾਲੀ ਵਿੱਚ ਬਹਿ ਕੇ ਸਾਰੇ ਜਾਂਦੇ ਨੇ ਉੱਥੇ, ਚਾਹੇ ਇੱਕ ਟੈਂਪੂ 'ਚ ਬਹਿ ਕੇ ਜਾਂਦੇ ਨੇ ਮੋਰਚੇ ਦੇ ਵਿੱਚ।
ਜਿੱਦਣ ਇਹ ਵੜਦੇ ਨੇ ਪਿੰਡਾਂ, ਜਦੋਂ ਜੰਗ ਛਿੜਪੀ ਫਿਰ ਉਹ ਜਾਣੋ ਹਟ ਜਾਣਗੇ। ਫਿਰ ਉਹ ਦੋ ठीक है, ਚਾਰ करके नहीं चलो तुसी ये लगातार तर्क दे रहे हो। मैं बूटा जी समा खत्म हो चले, मैं एक छोटा जिहा अमित जी तो भी रिएक्शन लेना है। ਇਹਨਾਂ ਦੇ ਚਾਰ ਨਾਲ ਜੰਗ ਛਿੜਦੀ ਹੈ ਜੀ, ਇੱਕ ਦੂਜੇ ਨਾਲ ਡਾਂਗੋ ਡਾਂਗੀ ਹੁੰਦੇ ਨੇ। ਅਮਿਤ ਜੀ, ਉਸ ਤੋਂ ਬਾਅਦ ਮੋਰਚੇ ਤੇ ਅਸਰ ਪੈ ਜਾਊਗਾ। ਠੀਕ ਹੈ। ਇਹਦੇ ਕਰਕੇ ਅਸੀਂ ਅਪੀਲ ਕੀਤੀ ਹੈ। ਠੀਕ ਹੈ, ਉਮੀਦ ਹੈ ਤੁਹਾਡੀ ਗੱਲ ਲੋਕਾਂ ਤੱਕ ਵੀ ਪਹੁੰਚੇ, ਸਿਆਸੀ ਪਾਰਟੀਆਂ ਤੱਕ ਵੀ ਪਹੁੰਚੇ। ਕਹਿਣਗੇ ਜੀ। ਅਸੀਂ ਵੀ ਮੋਰਚੇ ਦੇ ਵਿੱਚ ਅਪੀਲ ਕਰਾਂਗੇ ਕਿ ਸਾਨੂੰ ਦੁਬਾਰੇ ਉੱਤੇ ਗੌਰ ਕਰਕੇ ਤੇ ਫੇਰ ਸਾਰਿਆਂ ਨੂੰ ਇਕੱਠਿਆਂ ਨੂੰ। ठीक है अमित जी मेरा एक छोटा सा सवाल है कि अगर किसी रैली का विरोध करने का ऐलान एसकेएम ने कर दिया तो उग्राह उसमें शामिल होगा कि नहीं? हाँ जी, मैं अमित जी ਨੂੰ सवाल पूछ रहे हैं। बूटा जी, अमित जी साढ़े नाल उग्राह जथेबंदी तो ने। अमित जी, अगर किसी रैली का विरोध करने का ऐलान एसकेएम ने कर दिया तो उग्राह उसमें शामिल होगा कि नहीं? आवाज नहीं आ रही। अमित जी, आपकी आवाज नहीं हमारे तक पहुंच रही, आपका माइक ना म्यूट हो। हेलो जी जी अमित जी अब आवाज आ रही है। तो वो नीति देखनी पड़ती है, वो रैली की मान ली सिचुएशन देखनी पड़ती है, किस मुद्दे पे रैली है, किस तरीके की है, उससे किसान आंदोलन पे क्या और स्पष्ट नहीं, कोई ब्लैक एंड व्हाइट नहीं, हाँ या ऐसा कुछ स्पष्ट। चलिए अमित जी, मैं माफी चाहूंगा, आपकी आवाज हमारे तक क्लियर नहीं पहुंच रही है, लेकिन ये बहुत बड़ा सवाल जरूर है कि उग्राहां का आगे स्टैंड क्या होगा। शुक्रिया, बहुत बहुत धन्यवाद साडे नाल जुड़न दे लई, सारे मेहमानां दा धन्यवाद साडे नाल जुड़न दे लई, इस पूरी गलबात दे विच शामिल होण दे लई। खैर, जो किसान जथेबंदियां दा ऐलान है उस तो बाद ਜਿਹੜੀਆਂ ਸਿਆਸੀ ਜਥੇਬੰਦੀਆਂ ਨੇ ਉਹ ਇੱਕ ਤਰੀਕੇ ਨਾਲ ਅਪੀਲ ਵੀ ਕਰ ਰਹੀਆਂ ਨੇ ਕਿਸਾਨਾਂ ਨੂੰ ਕਿ ਤੁਸੀਂ ਮੁੜ ਤੋਂ ਵਿਚਾਰ ਕਰੋ, ਕਿਉਂਕਿ ਆਮ ਤੌਰ ਤੇ ਜਦੋਂ ਇਲੈਕਸ਼ਨ ਮੋਡ ਦੇ ਵਿੱਚ ਚਲੀਆਂ ਜਾਂਦੀਆਂ ਨੇ ਸਿਆਸੀ ਪਾਰਟੀਆਂ ਤਾਂ ਕਰੀਬ 6 ਮਹੀਨੇ ਸਾਲ ਪਹਿਲਾਂ ਹੀ ਚੋਣਾਂ ਦਾ ਬਿਗੁਲ ਇੱਕ ਤਰੀਕੇ ਨਾਲ ਵਜਾ ਦਿੱਤਾ ਜਾਂਦਾ ਹੈ। ਪਰ ਇਸ ਵਾਰ ਸਥਿਤੀ ਕੁਝ ਹਾਲਾਤ ਕੁਝ ਵੱਖਰੇ ਨੇ, ਇਸ ਕਰਕੇ ਜ਼ਰੂਰ ਡਿਲੇ ਹੋ ਰਿਹਾ ਹੈ। ਪਰ ਕੀ ਵਾਕਈ ਜੇ ਜਨਵਰੀ 'ਚ ਪ੍ਰਚਾਰ ਸ਼ੁਰੂ ਹੋਇਆ ਤਾਂ ਫਰਵਰੀ ਦੇ ਪਹਿਲੇ ਹਫ਼ਤੇ 'ਚ ਵੋਟਾਂ ਹੋਈਆਂ ਤਾਂ ਉਸ ਸਮੇਂ ਤੱਕ ਇੱਕ ਮਹੀਨੇ 'ਚ ਪ੍ਰਚਾਰ ਕਾਫੀ ਹੋ ਜਾਏਗਾ। ਪਰ ਇਸ ਦਾ ਦੂਜਾ ਪੱਖ ਇਹ ਵੀ ਹੈ ਕਿ ਇੰਨਾ ਹੀ ਸਮਾਂ ਸਭ ਨੂੰ ਮਿਲੇਗਾ। ਇਹ ਨਹੀਂ ਹੈ ਕਿ ਇੱਕ ਪਾਰਟੀ ਨੂੰ ਜ਼ਿਆਦਾ ਜਾਂ ਦੂਜੀ ਨੂੰ ਘੱਟ ਮਿਲਿਆ ਤਾਂ ਸਮਾਂ ਸਭ ਦੇ ਕੋਲ ਇੱਕੋ ਜਿਹਾ ਹੋਏਗਾ। ਪਰ ਹੁਣ ਜਥੇਬੰਦੀਆਂ ਦੇ ਐਲਾਨ ਤੋਂ ਬਾਅਦ ਕੀ ਫੈਸਲਾ ਕਰਦੀਆਂ ਨੇ ਸਿਆਸੀ ਪਾਰਟੀਆਂ, ਉਸ ਤੇ ਵੀ ਨਜ਼ਰ ਰਹੇਗੀ ਤੇ ਦੂਜੇ ਪਾਸੇ ਕੀ ਕਿਸਾਨ ਦੁਬਾਰਾ ਤੋਂ ਵਿਚਾਰ ਕਰਦੇ ਨੇ ਆਪਣੇ ਫੈਸਲੇ ਤੇ ਜਾਂ ਨਹੀਂ, ਉਸ ਤੇ ਵੀ ਨਜ਼ਰ ਰਹੇਗੀ। ਫਿਲਹਾਲ ਪ੍ਰਾਈਮ ਟਾਈਮ ਦੇ ਵਿੱਚ ਅੱਜ ਦੇ ਲਈ ਇਹ ਨਹੀਂ।